परम सत्कारयोग साध संगत जी, रसना पवित्र करिए ते सारे ही गज के आखिए धन गुरु तेग बहादुर जी। साध संगत जी, ਅਸੀਂ ਕੱਲ੍ਹ ਵੀ ਗੁਰੂ ਤੇਗ ਬਹਾਦਰ ਜੀ ਦੀ ਕਥਾ ਸੁਣੀ ਸੀਗੀ। ਅੱਜ ਫਿਰ ਅੱਗੋਂ ਸ਼ੁਰੂ ਕਰਦੇ ਹਾਂ। ਔਰੰਗਜ਼ੇਬ ਮੁਲਕ ਦੇ ਤਮਾਮ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਵਿੱਚ ਲੱਗਾ ਹੋਇਆ ਸੀ। ਜਿਹੜਾ ਹਿੰਦੂ ਮੁਸਲਮਾਨ ਬਣਨ ਤੋਂ ਨਾ ਕਰਦਾ ਸੀ, ਉਸ ਨੂੰ ਕੋਈ ਨਾ ਕੋਈ ਬਹਾਨਾ ਬਣਾ ਕੇ ਕਤਲ ਕੀਤਾ ਜਾਂਦਾ ਸੀ ਅਤੇ ਉਸ ਦਾ ਘਰ-ਬਾਰ ਜ਼ਬਤ ਕਰ ਲਿਆ ਜਾਂਦਾ ਸੀ। ਅੰਗਰੇਜ਼ ਦੇ ਜ਼ੁਲਮ ਦੀ ਦੇਸ਼ ਵਿੱਚ ਹਾਹਾਕਾਰ ਮਚੀ ਹੋਈ ਸੀ। ਇਸ ਨੇ ਪਹਿਲਾਂ ਹਿੰਦੂਆਂ ਦੇ ਪ੍ਰਸਿੱਧ ਸਥਾਨ ਜੈਸਾ ਕਿ ਜੈਪੁਰ, ਅਜਮੇਰ, ਪੁਸ਼ਕਰ, ਮਥੁਰਾ, ਅਯੁੱਧਿਆ, ਪ੍ਰਾਗਰਾਜ, ਬਨਾਰਸ ਆਦਿਕ ਮੰਦਰਾਂ ਅਤੇ ਤੀਰਥਾਂ ਨੂੰ ਮਲੀਆ ਮੇਟ ਕਰਕੇ ਫਿਰ ਵੱਡੇ ਵੱਡੇ ਹਿੰਦੂ ਪੀਰਾਂ, ਫਕੀਰਾਂ, ਮਹੰਤਾਂ ਅਤੇ ਗੱਦੀਦਾਰਾਂ ਨੂੰ ਮੁਸਲਮਾਨ ਕਰਨਾ ਆਰੰਭ ਕੀਤਾ ਹੋਇਆ ਸੀ। ਮੌਤ ਦਾ ਡਰ, ਧਨ, ਇਸਤਰੀ ਆਦਿਕ ਦਾ ਲਾਲਚ ਅਤੇ ਹੋਰ ਕਈ ਤਰ੍ਹਾਂ ਦੇ ਡਰਾਵੇ ਦੇ ਕੇ ਜਿਵੇਂ ਕਿਵੇਂ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਜਾਂਦਾ ਸੀ। ਕਸ਼ਮੀਰ ਦੇ ਪੰਡਤਾਂ ਨੂੰ ਵੀ ਜਦ ਐਸੇ ਸ਼੍ਰੇਣੀ ਵਿੱਚ ਰੱਖ ਕੇ ਕਸ਼ਮੀਰ ਦੇ ਸੂਬੇ ਸ਼ੇਰ ਅਫਗਨ ਰਾਹੀਂ ਮੁਸਲਮਾਨ ਬਣਨ ਵਾਸਤੇ ਤੰਗ ਕੀਤਾ ਗਿਆ ਤਾਂ ਉਹ ਅਤੀ ਦੁਖੀ ਹੋ ਕੇ ਸ਼ਿਵ ਜੀ ਦੇ ਪ੍ਰਸਿੱਧ ਮੰਦਿਰ ਅਮਰਨਾਥ ਵਿੱਚ ਇਕੱਠੇ ਹੋ ਕੇ ਹੋਮ ਬਰਨੀ ਮੰਤਰ ਜਪ ਕਰਨ ਲੱਗੇ। ਇਸ ਹੋਮ ਬਰਨੀ ਦਾ ਭੋਗ ਪਾ ਕੇ ਵਿਦਵਾਨ ਪੰਡਤਾਂ ਨੇ ਸ਼ਿਵ ਮੂਰਤੀ ਅੱਗੇ ਅਰਦਾਸ ਕੀਤੀ ਕਿ ਹੇ ਸ਼ਿਵ ਜੀ ਭੋਲੇਨਾਥ, ਸਾਡੇ ਧਰਮ ਦੀ ਰੱਖਿਆ ਕਰੋ, ਸਾਡਾ ਤਿਲਕ ਜੰਝੂ ਕਾਇਮ ਰਹੇ। ਇਸ ਅਰਦਾਸ ਉਪਰੰਤ ਪੰਡਤਾਂ ਨੂੰ ਆਪਣੇ ਅੰਦਰ ਅਨੁਭਵਤਾ ਹੋਈ ਕਿ ਇਸ ਸਮੇਂ ਕਲਯੁਗ ਦੇ ਅਵਤਾਰ ਗੁਰੂ ਨਾਨਕ ਹੋਏ ਹਨ। ਉਹਨਾਂ ਦੀ ਗੱਦੀ ਦੇ ਮਾਲਕ ਦੀ ਸ਼ਰਨ ਗ੍ਰਹਿਣ ਕਰੀਏ। ਉਹੀ ਇਸ ਸੰਕਟ ਸਮੇਂ ਸਾਡੇ ਧਰਮ ਦੀ ਅਤੇ ਤਿਲਕ ਜੰਝੂ ਦੀ ਰੱਖਿਆ ਕਰ ਸਕਦੇ ਹਨ। ਇਸ ਅਨੁਭਵੀ ਆਵਾਜ਼ ਨੂੰ ਆਪਣੇ ਹੋਮ ਬਰਨੀ ਦਾ ਫਲ ਸ਼ਿਵ ਜੀ ਵੱਲੋਂ ਹੁਕਮ ਸਮਝ ਕੇ ਕੁਝ ਸਿਆਣੇ ਪੰਡਤ ਇੱਕ ਡੈਪੂਟੇਸ਼ਨ ਦੇ ਰੂਪ ਵਿੱਚ ਗੁਰੂ ਜੀ ਦਾ ਪਤਾ ਪੁੱਛ ਕੇ ਗੁਰੂ ਜੀ ਪਾਸ ਅਨੰਦਪੁਰ ਆਏ। ਕਸ਼ਮੀਰੀ ਪੰਡਤਾਂ ਨੇ ਆਪਣੀ ਵਿੱਥਿਆ ਦੱਸ ਕੇ ਬੇਨਤੀ ਕੀਤੀ ਕਿ ਸਾਡੀ ਹਿੰਦੂ ਧਰਮ ਦੀ ਰੱਖਿਆ ਕੀਤੀ ਜਾਵੇ। ਅਸੀਂ ਦੀਨ ਹੋ ਕੇ ਤੁਹਾਡੀ ਸ਼ਰਨ ਆਏ ਹਾਂ। ਤੁਸੀਂ ਸਮੇਂ ਦੇ ਮਹਾਂਪੁਰਸ਼ ਅਵਤਾਰ ਹੋ। ਗੁਰੂ ਜੀ ਨੇ ਉਹਨਾਂ ਦੀ ਦੁੱਖ ਭਰੀ ਵਾਰਤਾ ਸੁਣ ਕੇ ਧੀਰਜ ਦਿੱਤੀ ਅਤੇ ਬਚਨ ਕੀਤਾ ਕਿ ਤੁਸੀਂ ਸੂਬੇ ਨੂੰ ਕਹਿ ਦਿਓ ਕਿ ਜੇਕਰ ਗੁਰੂ ਤੇਗ ਬਹਾਦਰ ਮੁਸਲਮਾਨ ਹੋਣਾ ਮੰਨ ਲੈਣਗੇ ਤਾਂ ਅਸੀਂ ਵੀ ਤੁਹਾਡੀ ਗੱਲ ਮੰਨ ਲਵਾਂਗੇ। ਪੰਡਤਾਂ ਨੇ ਇਸੇ ਤਰ੍ਹਾਂ ਹੀ ਜਾ ਕੇ ਸੂਬਾ ਸ਼ੇਰ ਅਫਗਨ ਨੂੰ ਕਹਿ ਦਿੱਤਾ। ਉਪਰੰਤ ਜਦ ਔਰੰਗਜ਼ੇਬ ਨੂੰ ਆਪਣੇ ਸੂਬੇ ਸ਼ੇਰ ਅਫਗਨ ਪਾਸੋਂ ਇਹ ਪਤਾ ਲੱਗਾ ਕਿ ਉਸ ਨੂੰ ਨਿਸ਼ਚਾ ਹੋ ਗਿਆ ਕਿ ਗੁਰੂ ਜੀ ਦੇ ਪਿੱਛੇ ਹਿੰਦੂ ਜਨਤਾ ਬਹੁਤ ਹੈ, ਇਸ ਕਰਕੇ ਜੇ ਇਹਨਾਂ ਨੂੰ ਇਸਲਾਮ ਕਬੂਲ ਕਰਵਾ ਲਵਾਂ ਤਾਂ ਇਹਨਾਂ ਦੇ ਪਿੱਛੇ ਲੱਗਣ ਵਾਲੇ ਬਹੁਤ ਸਾਰੇ ਹਿੰਦੂ ਆਪੇ ਹੀ ਮੁਸਲਮਾਨ ਹੋ ਜਾਣਗੇ। ਇਸ ਵਿਚਾਰ ਨੂੰ ਮੁੱਖ ਰੱਖ ਕੇ ਔਰੰਗਜ਼ੇਬ ਨੇ ਆਪਣੇ ਅਹਿਦੀਏ ਅਨੰਦਪੁਰ ਭੇਜ ਕੇ ਗੁਰੂ ਜੀ ਨੂੰ ਦਿੱਲੀ ਸੱਦ ਭੇਜਿਆ। ਅਨੰਦਪੁਰ ਤੋਂ ਕੀਰਤਪੁਰ ਅਤੇ ਰੋਪੜ ਰਾਹੀਂ ਆਪ ਜੀ ਸੈਫਾਬਾਦ ਇੱਕ ਸੂਫੀ ਫਕੀਰ ਸੈਫਦੀਨ ਪਾਸ ਜਾ ਠਹਿਰੇ। 2 ਮਹੀਨੇ ਬਾਰਿਸ਼ ਦੇ ਇੱਥੇ ਟਿਕ ਕੇ ਗੁਰੂ ਜੀ ਸਮਾਣੇ, ਕਰਹਾਲੀ, ਚੀਕਾ, ਕੜਾ, ਖਰਕ, ਕਟਕਣ ਆਦਿਕ ਪਿੰਡਾਂ ਦੀਆਂ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰਦੇ ਹੋਏ ਪੜਾਓ ਪੜਾਈ ਹਾੜ ਸੰਮਤ 1731 ਵਿੱਚ ਆਗਰੇ ਪਹੁੰਚੇ। ਆਗਰੇ ਪਹੁੰਚ ਕੇ ਆਪ ਜੀ ਨੇ ਇੱਕ ਕੌਤਕ ਵਰਤਾਇਆ ਕਿ ਸ਼ਹਿਰੋਂ ਬਾਹਰ ਇੱਕ ਬਾਗ ਵਿੱਚ ਡੇਰਾ ਕਰਕੇ ਇੱਕ ਅਯਾਲੀ ਮੁੰਡੇ ਨੂੰ ਆਪਣੀ ਇੱਕ ਕੀਮਤੀ ਅੰਗੂਠੀ ਤੇ ਦੁਸ਼ਾਲੇ ਦੇ ਕੇ ਸ਼ਹਿਰ ਤੋਂ ਕੁਝ ਮਠਿਆਈ ਆਦਿਕ ਲੈਣ ਵਾਸਤੇ ਭੇਜ ਦਿੱਤਾ। ਪਰ ਉਹ ਅੰਗੂਠੀ ਤੇ ਦੁਸ਼ਾਲੇ ਨੂੰ ਮਠਿਆਈ ਦੇ ਮੁੱਲ ਵਿੱਚ ਦੇਣ ਦੇ ਸ਼ੱਕ ਕਰਕੇ ਫੜਿਆ ਗਿਆ ਅਤੇ ਉਸ ਦੀ ਦੱਸ ਉੱਤੇ ਆਗਰੇ ਦੀ ਪੁਲਿਸ ਨੇ 5 ਸੇਵਾਦਾਰ ਸਿੱਖਾਂ ਸਹਿਤ ਆਪ ਜੀ ਨੂੰ ਫੜ ਕੇ ਦਿੱਲੀ ਲੈ ਆਂਦਾ ਅਤੇ ਕੋਤਵਾਲੀ ਚਾਂਦਨੀ ਚੌਕ ਵਿੱਚ ਕੈਦ ਕਰ ਦਿੱਤਾ ਗਿਆ। ਔਰੰਗਜ਼ੇਬ ਭਾਵੇਂ ਇਸ ਸਮੇਂ ਆਪ 2-3 ਮਹੀਨੇ ਤੋਂ ਰਾਵਲਪਿੰਡੀ ਵੱਲ ਗਿਆ ਹੋਇਆ ਸੀ, ਪਰ ਉਸ ਵੱਲੋਂ ਭੇਜੇ ਹੋਏ ਕਾਜੀ ਅਤੇ ਅਹਿਲਕਾਰਾਂ ਨੇ ਗੁਰੂ ਜੀ ਨੂੰ ਕਿਹਾ ਕਿ ਬਾਦਸ਼ਾਹ ਚਾਹੁੰਦਾ ਹੈ ਕਿ ਸਾਰੇ ਦੇਸ਼ ਦਾ ਕੇਵਲ ਇੱਕੋ ਸੱਚਾ ਮਜ਼ਹਬ ਮੁਸਲਮਾਨ ਹੀ ਹੋਵੇ। ਹਿੰਦੂ ਮਤ ਝੂਠਾ ਅਤੇ ਨਿਰਾਰਥ ਹੈ।
ਇਸ ਨੂੰ ਧਾਰਨ ਕਰਨ ਵਾਲੇ ਨਰਕਾਂ ਵਿੱਚ ਦੁੱਖ ਪਾਣਗੇ। ਬਾਦਸ਼ਾਹ ਨੂੰ ਤਰਸ ਆਉਂਦਾ ਹੈ ਅਤੇ ਇਹਨਾਂ ਉੱਤੇ ਦਇਆ ਕਰਨੀ ਚਾਹੁੰਦਾ ਹੈ। ਜੇ ਇਹ ਆਪਣੇ ਆਪ ਹੀ ਰੋਜ਼ੇ, ਨਮਾਜ਼, ਈਦ, ਬਕਰੀਦ ਦੇ ਅਸੂਲਾਂ ਨੂੰ ਮੰਨ ਲੈਣ ਤਾਂ ਬਾਦਸ਼ਾਹ ਇਹਨਾਂ ਨੂੰ ਜਾਗੀਰਾਂ ਤੇ ਧਨ ਮਾਲ ਕਰ ਦੇਵੇਗਾ। ਫਿਰ ਉਹਨਾਂ ਨੇ ਐਸੇ ਸੁਰ ਵਿੱਚ ਗੁਰੂ ਜੀ ਨੂੰ ਕਿਹਾ ਕਿ ਜੇ ਤੁਸੀਂ ਮੁਸਲਮਾਨ ਬਣ ਜਾਓ ਤਾਂ ਮੁਸਲਮਾਨ ਤੁਹਾਡੇ ਬਹੁਤ ਮੁਰੀਦ ਹੋ ਜਾਣਗੇ। ਤੁਸੀਂ ਇਸਲਾਮ ਦੇ ਵੱਡੇ ਪੀਰ ਬਣ ਜਾਓਗੇ ਅਤੇ ਤੁਹਾਨੂੰ ਮੂੰਹੋਂ ਮੰਗੀਆਂ ਮੁਰਾਦਾਂ ਪ੍ਰਾਪਤ ਹੋਣਗੀਆਂ। ਔਰੰਗਜ਼ੇਬ ਵੱਲੋਂ ਸਾਰੀ ਗੱਲ ਸੁਣ ਕੇ ਗੁਰੂ ਜੀ ਨੇ ਫਰਮਾਇਆ ਕਿ ਸਭ ਮਜ਼ਹਬ ਪ੍ਰਮਾਤਮਾ ਦੀ ਇੱਛਾ ਅਨੁਸਾਰ ਹੁੰਦੇ ਹਨ। ਇਸ ਵਿੱਚ ਅਸੀਂ ਤੇ ਤੁਸੀਂ ਕੁਝ ਨਹੀਂ ਕਰ ਸਕਦੇ। ਪਰਮਾਤਮਾ ਉਹੀ ਕਰਦਾ ਹੈ ਜੋ ਉਸ ਨੂੰ ਪ੍ਰਵਾਨ ਹੋਵੇ, ਦੂਜੀ ਕੋਈ ਗੱਲ ਉਹ ਨਹੀਂ ਕਰਦਾ। ਫਿਰ ਗੁਰੂ ਜੀ ਨੂੰ ਔਰੰਗਜ਼ੇਬ ਦੇ ਨਾਇਬ ਕਾਜ਼ੀ ਨੇ ਜਦ ਇੱਕ ਦਿਨ ਕਚਹਿਰੀ ਵਿੱਚ ਸੱਦ ਕੇ ਆਖਿਆ ਕਿ ਮੁਸਲਮਾਨ ਹੋ ਜਾਓ ਤਾਂ ਤੁਹਾਡੇ ਵਾਸਤੇ ਚੰਗਾ ਹੈ। ਗੁਰੂ ਜੀ ਨੇ ਫਿਰ ਫਰਮਾਇਆ ਕਿ ਹਰ ਇੱਕ ਨੂੰ ਧਰਮ ਪ੍ਰਮਾਤਮਾ ਦੇ ਹੁਕਮ ਨਾਲ ਮਿਲਦਾ ਹੈ। ਇਸ ਵਾਸਤੇ ਉਸਦੇ ਦਿੱਤੇ ਹੋਏ ਨੂੰ ਛੱਡ ਕੇ ਦੂਜੇ ਨੂੰ ਧਾਰਨ ਕਰਨਾ ਇਹ ਉਸਦੇ ਹੁਕਮ ਦੀ ਉਲੰਘਣਾ ਹੈ ਜੋ ਅਸੀਂ ਨਹੀਂ ਕਰ ਸਕਦੇ। ਜਦ ਗੁਰੂ ਜੀ ਨੇ ਉਹਨਾਂ ਦੀ ਗੱਲ ਨਾ ਮੰਨੀ ਤਾਂ ਫਿਰ ਗੁਰੂ ਜੀ ਨੂੰ ਡਰ ਦੇਣ ਵਾਸਤੇ ਆਪ ਜੀ ਦੇ 5 ਸਿੱਖ ਸੇਵਾਦਾਰਾਂ ਵਿੱਚੋਂ ਇੱਕ ਭਾਈ ਮਤੀ ਦਾਸ ਜੀ ਨੂੰ ਗੁਰੂ ਜੀ ਦੇ ਸਾਹਮਣੇ ਚਾਂਦਨੀ ਚੌਂਕ ਵਿੱਚ ਆਰੇ ਨਾਲ ਚਿਰਵਾ ਦਿੱਤਾ ਗਿਆ ਅਤੇ ਦੂਜੇ ਭਾਈ ਦਿਆਲੇ ਨੂੰ ਉਬਲਦੀ ਦੇਗ ਵਿੱਚ ਪਾ ਕੇ ਸ਼ਹੀਦ ਕੀਤਾ ਗਿਆ। ਇਹ ਜ਼ੁਲਮ ਵੇਖ ਕੇ ਗੁਰੂ ਜੀ ਨੇ ਆਪਣੇ ਪਾਸ ਕੇਵਲ ਭਾਈ ਗੁਰਦਿੱਤਾ ਜੀ ਨੂੰ ਰੱਖ ਲਿਆ ਅਤੇ ਬਾਕੀ ਦੇ 2 ਸਿੱਖ ਭਾਈ ਉਦੋ ਅਤੇ ਜੈਤਾ ਵਾਪਸ ਅਨੰਦਪੁਰ ਨੂੰ ਭੇਜ ਦਿੱਤੇ। ਜਦ ਇਸ ਤਰ੍ਹਾਂ 2 ਸਿੱਖ ਗੁਰੂ ਜੀ ਦੇ ਹੁਕਮ ਅਨੁਸਾਰ ਚਲੇ ਗਏ ਤਾਂ ਆਪ ਜੀ ਨੂੰ ਲੋਹੇ ਦੇ ਪਿੰਜਰੇ ਵਿੱਚ ਬੰਦ ਕਰਨ ਦਾ ਹੁਕਮ ਦੇ ਦਿੱਤਾ ਗਿਆ ਅਤੇ ਭਾਈ ਗੁਰਦਿੱਤਾ ਜੀ ਉੱਤੇ ਕਰੜਾ ਪਹਿਰਾ ਲਵਾ ਦਿੱਤਾ ਤਾਂ ਕਿ ਇਹ ਵੀ ਦੂਜੇ 2 ਸਿੱਖਾਂ ਵਾਂਗੂ ਨੱਸ ਨਾ ਜਾਵੇ। ਅਨੰਦਪੁਰ ਤੋਂ ਮਾਤਾ ਜੀ ਨੇ ਇੱਕ ਸਿੱਖ ਨੂੰ ਗੁਰੂ ਜੀ ਦੀ ਖਬਰ ਲੈਣ ਵਾਸਤੇ ਦਿੱਲੀ ਭੇਜਿਆ। ਗੁਰੂ ਜੀ ਨੇ ਉਸ ਦੇ ਹੱਥ ਇੱਕ ਚਿੱਠੀ ਭੇਜੀ ਜਿਸ ਵਿੱਚ ਜਗਤ ਨੂੰ ਮਿੱਥਿਆ ਅਤੇ ਨਾਸਵੰਤ ਦੱਸ ਕੇ ਸ਼ਾਂਤੀ ਅਤੇ ਧੀਰਜ ਨਾਲ ਪ੍ਰਭੂ ਦਾ ਭਾਣਾ ਮੰਨਣਾ ਨਿਸ਼ਚੈ ਕਰਾਇਆ। ਇਹ ਚਿੱਠੀ ਸਲੋਕਾਂ ਦੇ ਰੂਪ ਵਿੱਚ ਸੀ ਜੋ ਆਪ ਜੀ ਦੇ ਪਵਿੱਤਰ ਨਾਮ ਨਾਲ ਸਲੋਕ 9ਵੇਂ ਮਹਲ ਪ੍ਰਸਿੱਧ ਹਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਅਖੀਰ ਵਿੱਚ ਦਰਜ ਹਨ। ਸਲੋਕਾਂ ਦਾ ਆਰੰਭ ਇਉਂ ਹੈ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀਨ, ਕਹੋ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕੋ ਮੀਨ। ਇਹ 57 ਸਲੋਕ ਲਿਖ ਕੇ ਗੁਰੂ ਜੀ ਨੇ ਮਾਤਾ ਜੀ, ਸਾਹਿਬਜ਼ਾਦਾ ਗੁਰੂ ਗੋਬਿੰਦ ਸਿੰਘ ਜੀ ਤਥਾ ਸਾਰੇ ਸਿੱਖ ਜਗਤ ਅਥਵਾ ਸੰਸਾਰ ਨੂੰ ਪ੍ਰਭੂ ਦਾ ਹੁਕਮ ਮੰਨਣਾ, ਸ਼ਾਂਤ ਰਹਿਣਾ ਅਤੇ ਧੀਰਜ ਰੱਖਣ ਦਾ ਉਪਦੇਸ਼ ਕਰਕੇ ਦੱਸਿਆ ਕਿ ਇਸ ਸੰਸਾਰ ਵਿੱਚ ਨਾ ਕੋਈ ਪਿੱਛੇ ਰਿਹਾ ਹੈ ਅਤੇ ਨਾ ਕਿਸੇ ਨੇ ਅੱਗੇ ਰਹਿਣਾ ਹੈ। ਗੁਰੂ ਦਾ ਭਜਨ ਸਿਮਰਨ ਕਰਕੇ ਜਨਮ ਸਫਲ ਕਰਨਾ ਹੀ ਮਨੁੱਖ ਜਨਮ ਦਾ ਲਾਭ ਹੈ। ਪ੍ਰਭੂ ਦਾ ਨਾਮ ਹੀ ਅੰਤ ਸਮੇਂ ਨਾਲ ਜਾਂਦਾ ਹੈ। ਇਸ ਤਰ੍ਹਾਂ ਜਦ ਗੁਰੂ ਜੀ ਨੂੰ ਕਈ ਦਿਨ ਲੋਹੇ ਦੇ ਪਿੰਜਰੇ ਵਿੱਚ ਬੰਦ ਕੀਤਿਆਂ ਨੂੰ ਹੋ ਗਏ ਤਾਂ ਔਰੰਗਜ਼ੇਬ ਦੇ ਹੁਕਮ ਨਾਲ ਆਪ ਜੀ ਪਾਸ ਫਿਰ ਇੱਕ ਮੁਲਾਣਾ ਅਤੇ ਅਹਿਲਕਾਰ ਆਇਆ। ਇਹਨਾਂ ਨੇ ਗੁਰੂ ਜੀ ਨੂੰ ਔਰੰਗਜ਼ੇਬ ਵੱਲੋਂ 3 ਗੱਲਾਂ ਆਖੀਆਂ। ਪਹਿਲੀ, ਮੁਸਲਮਾਨ ਹੋਣਾ ਮੰਨ ਜਾਓ, ਜੇ ਮੁਸਲਮਾਨ ਨਹੀਂ ਹੋਣਾ ਤਾਂ ਦੂਜੀ ਗੱਲ, ਕਰਾਮਾਤ ਵਿਖਾਓ ਜਿਸ ਦੇ ਬਲ ਕਰਕੇ ਤੁਸੀਂ ਗੁਰੂ ਅਖਵਾਉਂਦੇ ਹੋ। ਜੇ ਕਰਾਮਾਤ ਨਹੀਂ ਵਿਖਾਉਣੀ ਤਾਂ ਫਿਰ ਤੀਜੀ ਗੱਲ, ਕਤਲ ਹੋਣ ਵਾਸਤੇ ਤਿਆਰ ਹੋ ਜਾਓ। ਜਦ ਮੁਲਾਣੇ ਅਤੇ ਸ਼ਾਹੀ ਉਮਰਾਵ ਨੇ ਬਾਦਸ਼ਾਹ ਵੱਲੋਂ ਗੁਰੂ ਜੀ ਨੂੰ ਇਹਨਾਂ 3 ਗੱਲਾਂ ਵਿੱਚੋਂ ਇੱਕ ਮੰਨਣ ਨੂੰ ਕਿਹਾ ਤਾਂ ਆਪ ਜੀ ਨੇ ਕਿਹਾ ਕਿ ਸਾਨੂੰ ਬਾਦਸ਼ਾਹ ਦੀਆਂ ਪਹਿਲੀਆਂ 2 ਗੱਲਾਂ ਮਨਜ਼ੂਰ ਨਹੀਂ ਹਨ, ਤੀਜੀ ਗੱਲ ਯਾਨੀ ਸ਼ਹੀਦ ਹੋਣ ਵਾਸਤੇ ਅਸੀਂ ਤਿਆਰ ਹਾਂ। ਜਦ ਬਾਦਸ਼ਾਹ ਨੂੰ ਗੁਰੂ ਜੀ ਦਾ ਇਹ ਉੱਤਰ ਲਿਖ ਕੇ ਭੇਜਿਆ ਗਿਆ ਤਾਂ ਉਸਨੇ ਸੈਯਦ ਆਦਮ ਸ਼ਾਹ ਜਾਂ ਜਲਾਲਦੀਨ ਜਲਾਦ ਨੂੰ ਆਪ ਜੀ ਨੂੰ ਸ਼ਹੀਦ ਕਰਨ ਵਾਸਤੇ ਹੁਕਮ ਲਿਖ ਕੇ ਭੇਜ ਦਿੱਤਾ। ਗੁਰੂ ਜੀ ਨੂੰ ਲੋਹੇ ਦੇ ਪਿੰਜਰੇ ਵਿੱਚੋਂ ਕੱਢ ਕੇ ਚਾਂਦਨੀ ਚੌਕ ਕੋਤਵਾਲੀ ਪਾਸ ਲਿਆਂਦਾ ਗਿਆ। ਆਪ ਜੀ ਨੇ ਪਹਿਲਾਂ ਖੂਹ ਤੋਂ ਇਸ਼ਨਾਨ ਕੀਤਾ ਅਤੇ ਫਿਰ ਪਾਸ ਹੀ ਬੋਹੜ ਦੇ ਬ੍ਰਿਛ ਹੇਠਾਂ ਬੈਠ ਕੇ ਜਪਜੀ ਸਾਹਿਬ ਦਾ ਪਾਠ ਕੀਤਾ। ਪਾਠ ਕਰਕੇ ਜਦ ਆਪ ਜੀ ਨੇ ਸੀਸ ਨਿਵਾਜਿਆ ਤਾਂ ਜਲਾਦ ਨੇ ਤਲਵਾਰ ਨਾਲ ਆਪ ਜੀ ਦਾ
ਸੀਸ ਧੜ ਤੋਂ ਵੱਖ ਕਰ ਦਿੱਤਾ। ਇਹ ਨਿਰਦਈ ਸਾਕਾ ਵੀਰਵਾਰ ਦਿਨ ਢੱਲੇ ਮਗਰ ਸੁਦੀ 5 ਸੰਮਤ 1732 ਨੂੰ ਹੋਇਆ। ਇਸ ਤਰ੍ਹਾਂ ਆਪ ਜੀ ਲਗਭਗ 1.25 ਸਾਲ ਔਰੰਗਜ਼ੇਬ ਦੀ ਬੰਦੀ ਵਿੱਚ ਰਹਿ ਕੇ ਸ਼ਹੀਦ ਹੋਏ। ਆਪ ਜੀ ਨੇ ਇਸ ਸ਼ਹੀਦੀ ਅਸਥਾਨ ਚਾਂਦਨੀ ਚੌਕ ਦਿੱਲੀ ਵਿਖੇ ਬੜਾ ਆਲੀਸ਼ਾਨ ਗੁਰਦੁਆਰਾ ਸ਼ੀਸ਼ਗੰਜ ਸੁਭਾਇਮਾਨ ਹੈ। ਆਪ ਜੀ ਦੇ ਇਸ ਸ਼ਹੀਦੀ ਅਸਥਾਨ ਚਾਂਦਨੀ ਚੌਕ ਦਿੱਲੀ ਵਿਖੇ ਬੜਾ ਆਲੀਸ਼ਾਨ ਗੁਰਦੁਆਰਾ ਸ਼ੀਸ਼ਗੰਜ ਸੁਭਾਇਮਾਨ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਾਕੇ ਦਾ ਆਪਣੀ ਜੀਵਨ ਕਥਾ ਵਿੱਚ ਇਸ ਤਰ੍ਹਾਂ ਵਰਣਨ ਕੀਤਾ ਹੈ। ਤਿਲਕ ਜੰਝੂ ਰਾਖਾ ਪ੍ਰਭ ਤਾਕਾ ਕੀਨੋ ਬਡੋ ਕਲੂ ਮੈਂ ਸਾਕਾ। ਇਸ ਸਾਕੇ ਉਪਰੰਤ ਗੁਰੂ ਜੀ ਦਾ ਪਵਿੱਤਰ ਸੀਸ ਭਾਈ ਜੈਤਾ ਆਨੰਦਪੁਰ ਲੈ ਆਇਆ। ਆਨੰਦਪੁਰ ਜਿੱਥੇ ਸੀਸ ਦਾ ਸੰਸਕਾਰ ਹੋਇਆ ਉਸ ਗੁਰਦੁਆਰੇ ਦਾ ਨਾਮ ਸੀਸਗੰਜ ਪ੍ਰਸਿੱਧ ਹੈ। ਆਪ ਜੀ ਦੇ ਪਵਿੱਤਰ ਧੜ ਦਾ ਸੰਸਕਾਰ ਮੱਖਣ ਸ਼ਾਹ ਲੁਬਾਣੇ ਦੇ ਭਾਈ ਬੰਦ ਪਰਿਵਾਰ ਨੇ ਆਪਣੀਆਂ ਝੁੱਗੀਆਂ ਵਿੱਚ ਕੀਤਾ। ਇਸ ਸਥਾਨ 'ਤੇ ਗੁਰਦੁਆਰਾ ਰਕਾਬਗੰਜ ਸੁਭਾਇਮਾਨ ਹੈ। ਇਹ ਗੁਰਦੁਆਰਾ ਨਵੀਂ ਦਿੱਲੀ ਪਾਰਲੀਮੈਂਟ ਹਾਊਸ ਦੇ ਸਾਹਮਣੇ ਪੁਰਾਣੀ ਦਿੱਲੀ ਦੇ ਦੱਖਣ ਦਿਸ਼ਾ ਹੈ। ਹੁਣ ਇਹ ਗੁਰਦੁਆਰਾ ਬੜਾ ਸੁੰਦਰ ਇੱਕ ਗੁਰਸਿੱਖ ਸਰਦਾਰ ਹਰਨਾਮ ਸਿੰਘ ਸੂਰੀ ਨੇ ਸੰਗਮਰਮਰ ਦਾ ਬੜੇ ਹੀ ਪ੍ਰੇਮ ਨਾਲ ਬਣਵਾਇਆ ਹੈ। ਸਾਰੇ ਹੀ ਆਖ ਲਈਏ ਧੰਨ ਧੰਨ ਸਤਿਗੁਰੂ ਤੇਗ ਬਹਾਦਰ ਜੀ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ।